Let's move forward. Dr. Ajit Kanwal Singh Hamdard has served in prestigious organizations like Punjabi University, Patiala, as a lecturer of Punjabi and journalism. He has joined Punjab government as an information and public relation officer and worked as a PRO to the Chief Minister of Punjab from January 2005 to December 2014. Then he got promoted as deputy director and retired as a joint director on September 30, 2021. He has many articles published under his name, many features broadcasted on All India Radio. I request Dr. Hamdard to please share his views with us. Please, sir. Thank you very much. ਅੱਜ ਦਾ ਇਹ ਮੌਕਾ ਮੇਰੇ ਵਾਸਤੇ ਬਹੁਤ ਹੀ ਮਾਣਮੱਤਾ ਹੈ, ਕਿਉਂਕਿ ਇਸ ਤਰ੍ਹਾਂ ਦੇ ਵੈਬੀਨਾਰ ਦੇ ਵਿੱਚ ਮੈਂ ਪਹਿਲੀ ਵਾਰੀ ਸ਼ਿਰਕਤ ਕਰ ਰਿਹਾ ਅਤੇ ਸਾਹਮਣੇ ਮੇਰੇ ਬੈਠੇ ਨੇ ਡਾਕਟਰ SP ਸਿੰਘ ਜੀ, ਜਿਹੜੇ ਮੇਰੇ ਗੁਰੂ ਨੇ। ਕਾਲਜ ਦੀ ਮੈਨੇਜਮੈਂਟ ਦਾ ਮੈਂ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਮੈਨੂੰ ਇਹ ਮੌਕਾ ਬਖਸ਼ਿਆ। ਮੈਂ ਅਸਲ ਦੇ ਵਿੱਚ ਹਰਮੀਤ ਸਿੰਘ ਜੀ ਨੇ, ਹਰਪ੍ਰੀਤ ਜੀ ਨੇ, ਰਜਿੰਦਰਪਾਲ ਜੀ ਨੇ, ਇਹਨਾਂ ਸਾਰਿਆਂ ਨੇ ਮੇਰੇ ਵਾਸਤੇ ਬੋਲਣ ਲਈ ਕੁਝ ਛੱਡਿਆ ਹੀ ਨਹੀਂ। ਮੈਂ ਬੜਾ ਦੁਵਿਧਾ ਦੇ ਵਿੱਚ ਹਾਂ ਕਿ ਹੁਣ ਮੈਂ ਜੇ ਬੋਲਾਂ ਤਾਂ ਕੀ ਬੋਲਾਂ। ਸਾਰੀਆਂ ਗੱਲਾਂ ਤਕਰੀਬਨ ਹੋ ਚੁੱਕੀਆਂ ਨੇ। ਹਮੀਰ ਜੀ ਨੇ ਮਲਕੀਅਤ ਦੀ ਗੱਲ ਕੀਤੀ ਹੈ ਅਦਾਰਿਆਂ ਦੇ ਉੱਤੇ, ਨਿੱਜੀ ਕਦਰਾਂ ਕੀਮਤਾਂ ਦੀ ਗੱਲ ਕੀਤੀ ਹੈ ਉਹਨਾਂ ਨੇ। ਹਰਪ੍ਰੀਤ ਜੀ ਨੇ ਇੱਕ ਇਹੋ ਜਿਹੀ ਗੱਲ ਜਿਹੜੀ ਸ਼ੇਅਰ ਕੀਤੀ ਹੈ ਕਿ ਬਹੁਤ ਸਾਰੇ ਇਹੋ ਜਿਹੇ ਅਦਾਰੇ ਨੇ ਜਿਨ੍ਹਾਂ ਨੇ ਆਪਣੇ ਐਜੂਕੇਸ਼ਨਲ ਇੰਸਟੀਚਿਊਟ ਸ਼ੁਰੂ ਕਰ ਲਏ ਤਾਂ ਕਿ ਉਹਨਾਂ ਨੂੰ ਉਸੇ ਤਰ੍ਹਾਂ ਦਾ ਹੀ ਸਟੱਫ ਮਿਲ ਸਕੇ, ਉਹ ਬੱਚਿਆਂ ਦੇ ਵਿੱਚ ਉਹੀ ਚੀਜ਼ ਇਨਕਲਕੇਟ ਕਰ ਸਕਣ ਜਿਸ ਤਰ੍ਹਾਂ ਦਾ ਉਹਨਾਂ ਨੇ ਕੰਮ ਲੈਣਾ ਹੈ, ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਅੰਗਰੇਜ਼ਾਂ ਨੇ ਸਾਡਾ ਐਜੂਕੇਸ਼ਨ ਸਿਸਟਮ ਜਿਹੜਾ ਹੈਗਾ ਉਹ ਇੱਕ ਵਾਰੀ ਹਥਿਆ ਲਿਆ ਸੀਗਾ। ਜਦੋਂ ਪੱਤਰਕਾਰੀ ਦੇ ਖੇਤਰ ਦੇ ਵਿੱਚ ਅਜਿਹੀਆਂ ਗੱਲਾਂ ਸਾਡੇ ਸਾਹਮਣੇ ਆਉਂਦੀਆਂ ਤਾਂ ਸਾਡੇ ਸਾਹਮਣੇ ਸਿਰਫ ਤੇ ਸਿਰਫ ਮਾਯੂਸੀ ਦਿਖਦੀ ਹੈ, ਪਰ ਫਿਰ ਵੀ ਮਾਯੂਸ ਹੋਣ ਦੀ ਕੋਈ ਇੰਨੀ ਜ਼ਰੂਰਤ ਨਹੀਂ ਹੈ। ਮੈਂ ਆਪਣੀ ਗੱਲ ਸ਼ੁਰੂ ਕਰਾਂਗਾ 2-4 ਚੀਜ਼ਾਂ ਤੋਂ। ਜ਼ਿਆਦਾ ਸਮਾਂ ਮੈਂ ਨਹੀਂ ਲਵਾਂਗਾ, ਆਪਣੀ ਗੱਲ ਨੂੰ ਮੈਂ ਮੁਖਤਸਰ ਰੱਖਾਂਗਾ। ਕਿਸੇ ਵੀ ਵਸਤੂ ਜਾਂ ਪ੍ਰਬੰਧ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ, ਉਹਦੇ ਬਾਰੇ ਸਭ ਤੋਂ ਪਹਿਲੇ ਜਾਣਨਾ ਜ਼ਰੂਰੀ ਹੈ ਕਿ ਉਹ ਵਸਤੂ ਜਾਂ ਉਹ ਪ੍ਰਬੰਧ ਹੈ ਕੀ ਨੇ, ਕਿਉਂਕਿ ਜਦੋਂ ਡਾਕਟਰ ਕੋਈ ਵੀ ਮਰੀਜ਼ ਦੇਖਦਾ ਹੈ ਤਾਂ ਸਭ ਤੋਂ ਪਹਿਲੇ ਉਸ ਦੇ ਸਰੀਰ ਦਾ ਐਗਜ਼ਾਮਿਨ ਕਰਦਾ। ਬਿਲਕੁਲ ਇਸੇ ਤਰ੍ਹਾਂ ਪੱਤਰਕਾਰੀ ਨੂੰ ਜੇ ਅਸੀਂ ਸਰੀਰ ਦੇ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਪੱਤਰਕਾਰੀ ਸੂਚਨਾ ਦਾ ਆਦਾਨ ਪ੍ਰਦਾਨ ਹੈ। ਸੂਚਨਾ ਦੇਣਾ, ਸੂਚਨਾ ਲੈਣਾ, ਸੂਚਨਾ ਨੂੰ ਅੱਗੇ ਤੋਰਨਾ, ਉਹਦਾ ਪ੍ਰਸਾਰ ਕਰਨਾ, ਬਾਕੀ ਚੀਜ਼ਾਂ ਸਭ ਬਾਅਦ ਦੇ ਵਿੱਚ ਨੇ। ਮੇਰਾ ਸਰੀਰ ਵੀ ਹਰ ਵਕਤ ਇੱਕ ਸੂਚਨਾ ਦੇ ਰਿਹਾ। ਕਿਸ ਤਰ੍ਹਾਂ ਦੀ ਸੂਚਨਾ ਦੇ ਰਿਹਾ? ਮੇਰੇ ਸਰੀਰ ਦੀ ਦਿਲ ਦੀ ਧੜਕਨ ਕੁਦਰਤ ਨੂੰ ਸੂਚਨਾ ਦੇ ਰਹੀ ਹੈ ਕਿ ਉਹ ਜ਼ਿੰਦਾ ਹੈ, ਤੇ ਕੁਦਰਤ ਇਵਜ ਦੇ ਵਿੱਚ ਉਸ ਨੂੰ ਸਾਹ ਦੇ ਨਾਲ ਆਕਸੀਜਨ ਦਿੰਦੀ ਹੈ ਕਿ ਮੈਂ ਜ਼ਿੰਦਾ ਰਹਿ ਸਕਾਂ। ਇਹ ਇੱਕ ਮਿਕਤਾ ਹੈ ਮੇਰੀ ਔਰ ਕੁਦਰਤ ਦੀ। ਮੇਰੀ ਸੂਚਨਾ ਤੇ ਕੁਦਰਤ ਨੇ ਮੈਨੂੰ ਕੁਝ ਦਿੱਤਾ। ਹੁਣ ਇੱਥੇ ਕੁਝ ਸ਼ਾਤਰ ਵਿਅਕਤੀ ਜਿਹੜੇ ਨਹੀਂ ਚਾਹੁੰਦੇ ਕਿ ਮੈਂ ਜ਼ਿੰਦਾ ਰਹਾਂ, ਉਹ ਕੋਈ ਹਵਾ ਦੇ ਵਿੱਚ ਇਹੋ ਜਿਹੀ ਜ਼ਹਿਰ ਘੋਲਣਗੇ ਤੇ ਉਹ ਜ਼ਹਿਰ ਜਿਹੜੀ ਹੈ ਮੈਨੂੰ ਮਾਰਨ ਵਾਸਤੇ ਜਾਏਗੀ। ਸ਼ਾਇਦ ਉਹਨਾਂ ਦਾ
ਇਹਦੇ ਵਿੱਚ ਇੰਟਰਸਟ ਹੋਵੇ, ਉਹਨਾਂ ਦਾ ਮੁਫਾਦ ਇਹੋ ਹੀ ਹੋਵੇ ਕਿ ਇਹ ਵਿਅਕਤੀ ਮਰ ਜਾਏ ਜਾਂ ਇਹ ਸਿਸਟਮ ਨਕਾਰਾ ਹੋ ਜਾਏ ਜਾਂ ਇਹ ਵਸਤੂ ਬੇਕਾਰ ਹੋ ਜਾਏ, ਕਿਉਂਕਿ ਕਿਤੇ ਨਾ ਕਿਤੇ ਪੱਤਰਕਾਰੀ ਦੇ ਰੂਪ ਦੇ ਵਿੱਚ ਮੈਂ ਉਹਨਾਂ ਵਾਸਤੇ ਇੱਕ ਚੈਲੰਜ ਬਣਿਆ ਹੋਇਆ, ਕਿਉਂਕਿ ਮੈਂ ਸੱਚ ਦਾ ਪ੍ਰਸਾਰ ਕਰਨਾ ਹੈ ਪੱਤਰਕਾਰੀ ਦੇ ਸਭ ਤੋਂ ਪਹਿਲੇ ਅਸੂਲ ਨੂੰ ਅਡਾਪਟ ਕਰਦੇ ਹੋਏ। ਮੇਰਾ ਜੋ ਬੋਲਿਆ ਗਿਆ ਸੱਚ ਹੈ, ਮੇਰਾ ਲਿਖਿਆ ਗਿਆ ਸੱਚ ਹੈ, ਉਹ ਉਹਨਾਂ ਲੋਕਾਂ ਨੂੰ ਸ਼ਾਇਦ ਪਸੰਦ ਨਹੀਂ ਹੋਏਗਾ। ਮੈਨੂੰ ਆਪਣਾ ਸੱਚ ਜਾਰੀ ਰੱਖਣ ਵਾਸਤੇ ਅਸੂਲ ਘੜਨੇ ਪੈਣਗੇ। ਮੈਂ ਕਿਸੇ ਦਬਾਅ ਦੇ ਵਿੱਚ ਨਾ ਆਵਾਂ, ਸਭ ਤੋਂ ਪਹਿਲਾ ਅਸੂਲ। ਮੈਂ ਕਿਸੇ ਦੇ ਲਾਲਚ ਵਿੱਚ ਨਾ ਆਵਾਂ, ਦੂਸਰਾ ਅਸੂਲ। ਮੈਂ ਆਪਣੇ ਰਾਹ ਦੇ ਉੱਤੇ ਠੀਕ ਤਰੀਕੇ ਨਾਲ ਤੁਰਦਾ ਰਵਾਂ, ਤੀਸਰਾ ਅਸੂਲ। ਮੈਂ ਆਪਣੀ ਹਰ ਗੱਲ ਲੋਕ ਹਿੱਤਾਂ ਲਈ ਕਰਾਂ, ਚੌਥਾ ਅਸੂਲ। ਤੇ ਮੈਂ ਆਪਣੇ ਮੁਫਾਦ ਇੱਕ ਪਾਸੇ ਰੱਖ ਕੇ ਸਿਰਫ ਲੋਕਾਂ ਦੀ ਗੱਲ ਕਰਾਂ, ਇਹ ਮੇਰਾ ਮੁੱਖ ਅਸੂਲ ਪੱਤਰਕਾਰੀ ਦੇ ਖਿੱਤੇ ਦੇ ਵਿੱਚ ਹੋਏਗਾ। ਇਹੋ ਹੀ ਸਾਡੇ ਐਥਿਕਸ ਨੇ। ਤੇ ਬੜੀ ਸਪਸ਼ਟ ਚੀਜ਼ ਹੈ ਕਿ ਮੈਂ ਜੇ ਸੱਚ ਬੋਲਾਂਗਾ ਤਾਂ ਇਹਦਾ ਮਤਲਬ ਹੈ ਉਹ ਕੋਈ ਲੁਕਵਾਂ ਸੱਚ ਹੋਏਗਾ। ਜਿਸ ਤਰ੍ਹਾਂ ਡਾਕਟਰ ਬਰਾੜ ਨੇ ਗੱਲ ਕੀਤੀ ਹੈਗੀ ਆ ਖੋਜੀ ਪੱਤਰਕਾਰੀ ਦੀ, ਜੇ ਉਹ ਲੁਕਵਾਂ ਸੱਚ ਕੋਈ ਹੈ ਤਾਂ ਉਹ ਕਿਸੇ ਨਾ ਕਿਸੇ ਵਿਅਕਤੀ ਵਿਸ਼ੇਸ਼ ਨੇ ਜਾਂ ਕਿਸੇ ਸੰਸਥਾ ਨੇ ਜਾਂ ਕਿਸੇ ਆਰਗੇਨਾਈਜੇਸ਼ਨ ਨੇ ਜਾਂ ਪ੍ਰਸ਼ਾਸਨ ਨੇ ਉਹਨੂੰ ਲੁਕੋ ਕੇ ਰੱਖਿਆ ਹੁੰਦਾ। ਜਦੋਂ ਉਹ ਚੀਜ਼ਾਂ ਲੁਕੋ ਕੇ ਰੱਖੀਆਂ ਹੋਈਆਂ ਹੋਣ, ਉਹਦਾ ਮਾਨਾ ਇਹ ਹੁੰਦਾ ਹੈ ਕਿ ਇਹ ਬਾਹਰ ਨਾ ਨਿਕਲਣ, ਇਹ ਸੱਚ ਬਾਹਰ ਨਾ ਨਿਕਲਣ। ਮੇਰੇ ਦੁਆਰਾ ਕੱਢਿਆ ਗਿਆ ਉਹ ਸੱਚ ਉਹਨਾਂ ਲੋਕਾਂ ਨੂੰ ਨਾਪਸੰਦ ਹੋਏਗਾ ਤੇ ਉਹ ਹਰ ਹੀਲਾ ਕਰਨਗੇ ਕਿ ਇਸ ਚੀਜ਼ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦਬਾ ਦਿੱਤਾ ਜਾਏ। ਹੁਣ ਇਸ ਦਬਾਣ ਦੇ ਵਿੱਚ ਉਹ ਵੱਖ-ਵੱਖ ਤਰ੍ਹਾਂ ਦੇ ਸਾਧਨ, ਗੱਲਾਂ, ਮੈਥਡਸ ਇਹ ਅਡਾਪਟ ਕਰਨਗੇ। ਮੇਰੇ ਵਿਰੁੱਧ ਕੋਈ ਨਾ ਕੋਈ ਅਫਵਾਹਾਂ ਫੈਲਣਗੀਆਂ ਤਾਂ ਕਿ ਮੇਰਾ ਸੱਚ ਧੁੰਦਲਾ ਹੋ ਸਕੇ। ਮੈਨੂੰ ਆਰਥਿਕ ਤੌਰ ਤੇ ਨੁਕਸਾਨ ਦਿੱਤਾ ਜਾਏਗਾ ਤਾਂ ਕਿ ਮੈਂ ਕਮਜ਼ੋਰ ਪੈ ਜਾਵਾਂ। ਮੇਰੇ ਨਾਲ ਹਰ ਉਹ ਚੀਜ਼ ਕੀਤੀ ਜਾਏਗੀ ਕਿ ਮੈਨੂੰ ਕਿਤੇ ਨਾ ਕਿਤੇ ਆਪਣਾ ਸੱਚ ਬੋਲਣ ਤੋਂ ਰੋਕਿਆ ਜਾ ਸਕੇ। ਇਹੋ ਹੀ ਉਹ ਸਥਿਤੀ ਹੈ ਕਿ ਜਦੋਂ ਇੱਕ ਪੱਤਰਕਾਰ ਸੱਚ ਬੋਲਦਾ ਬੋਲਦਾ ਸ਼ਾਇਦ ਕੁਰਬਾਨ ਵੀ ਹੁੰਦਾ। ਉਸ ਦੀ ਕੁਰਬਾਨੀ ਦੇ ਇਵਜ਼ ਦੇ ਵਿੱਚ ਜੇ ਸਮਾਜ ਉਸ ਦੇ ਨਾਲ ਖੜਾ ਹੈ ਤਾਂ ਉਹਦੀ ਕੁਰਬਾਨੀ ਰਾਸ ਆ ਗਈ। ਜੇ ਉਹ ਸਮਾਜ ਉਸ ਵੇਲੇ ਉਹਦੇ ਨਾਲ ਨਹੀਂ ਖੜਦਾ ਤਾਂ ਫਿਰ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਉਹ ਪ੍ਰਸ਼ਾਸਨ, ਉਹ ਆਰਗੇਨਾਈਜੇਸ਼ਨਸ, ਉਹ ਸ਼ਾਤਰ ਸੋਚ ਜਿਹੜੀ ਹੈਗੀ ਹੈ ਉਹ ਜਿੱਤ ਗਈ ਕਿਤੇ ਨਾ ਕਿਤੇ। ਔਰ ਸ਼ਾਇਦ ਇਹ ਅੱਜ ਨਹੀਂ, ਇਹ ਪੱਤਰਕਾਰੀ ਦੇ ਨਾਲ ਉਦੋਂ ਤੋਂ ਹੋ ਰਿਹਾ ਹੈ ਜਦੋਂ ਤੋਂ ਪੱਤਰਕਾਰੀ ਪੈਦਾ ਹੋਈ ਹੈ। ਅਸੀਂ ਹਿੰਦੁਸਤਾਨ ਦੇ ਸੰਦਰਭ ਦੇ ਵਿੱਚ ਇਸ ਚੀਜ਼ ਦੀ ਗੱਲ ਕਰ ਰਹੇ ਹਾਂ ਤੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਪਹਿਲੇ ਜਦੋਂ ਪੱਤਰਕਾਰੀ ਕਲਕੱਤੇ 'ਚ ਪੈਦਾ ਹੋਈ ਹੈ ਤਾਂ ਉੱਥੇ ਪੱਤਰਕਾਰੀ ਦੀਆਂ ਉਹ ਵਿਰੋਧੀ ਸੁਰਾਂ ਜਦੋਂ ਉੱਭਰੀਆਂ ਤਾਂ ਉਸ ਨੂੰ ਪੂਰੀ ਤਰ੍ਹਾਂ ਦਬਾਇਆ ਗਿਆ। ਬਿਲਕੁਲ ਇਸੇ ਤਰ੍ਹਾਂ ਇਹ ਸਿਲਸਿਲਾ ਅੱਗੇ ਚੱਲਦੇ ਮੈਂ ਇਤਿਹਾਸਿਕ ਸਮੇਂ, ਸਨ ਜਾਂ ਨਾਮ ਉਹਨਾਂ ਦੇ ਵਿੱਚ ਨਹੀਂ ਜਾਵਾਂਗਾ, ਸਿੱਧੀ ਆਪਣੀ ਗੱਲ ਜਿਹੜੀ ਹੈਗੀ ਹੈ ਉਹ ਆਪ ਸਾਹਮਣੇ ਰੱਖਾਂਗਾ। ਹਮੇਸ਼ਾ ਪੱਤਰਕਾਰੀ ਜਿਹੜੀ ਹੈ ਉਹ ਔਖੇ ਦੌਰ 'ਚੋਂ ਹੀ ਨਿਕਲੀ ਹੈ ਤੇ ਉਹਨੇ ਕਿਤੇ ਨਾ ਕਿਤੇ ਸੰਤਾਪ ਹੀ ਹੰਢਾਇਆ। ਅੱਜ ਦੇ ਟਾਈਮ ਤੇ ਅਸੀਂ ਐਥਿਕਸ ਨੂੰ ਅੱਗੇ ਰੱਖ ਕੇ, ਐਥਿਕਸ ਦੀ ਗੱਲ ਕਰਕੇ, ਲੋਕਾਂ ਦੀ ਅਵੇਅਰਨੈਸ ਦੀ ਗੱਲ ਕਰਕੇ ਜੇ ਇਹ ਕਹੀਏ ਕਿ ਅਸੀਂ ਬਹੁਤ ਸਾਰਾ ਸੋਧ ਲਿਆ ਦਿਆਂਗੇ ਇਸ ਚੀਜ਼ ਦੇ ਵਿੱਚ, ਸ਼ਾਇਦ ਉਸ ਤਰ੍ਹਾਂ ਦੀ ਕੋਈ ਸੰਭਾਵਨਾ ਮੈਨੂੰ ਤੇ ਨਜ਼ਰ ਨਹੀਂ ਆਉਂਦੀ। ਪਰਮਾਤਮਾ ਕਰੇ ਕਿ ਇਹੋ ਜਿਹੀਆਂ ਸੰਭਾਵਨਾ ਬਣਨ ਤੇ ਪੱਤਰਕਾਰੀ ਜਿਹੜੀ ਹੈਗੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਚੱਲੇ ਸੱਚ ਦੇ ਰਾਹ ਤੇ ਔਰ ਆਪਣੀ ਗੱਲ ਮਜ਼ਬੂਤੀ ਦੇ ਨਾਲ ਰੱਖਦੀ ਹੋਈ ਲੋਕਾਂ ਦੇ ਵਿੱਚ ਅਵੇਅਰਨੈਸ ਪੈਦਾ ਕਰਦੀ ਰਹੇ।
ਮੇਰੀ ਇਹ ਦਿਲੀ ਤਮੰਨਾ ਹੋਏਗੀ। ਪਰ ਨਾਲ ਦੀ ਨਾਲ ਬਹੁਤ ਸਾਰੀਆਂ ਜਮਾਤਾਂ ਜਿਹੜੀ ਨਿੱਜੀ ਮੁਫਾਦ ਦੇ ਨਾਲ ਗੁੜੁੱਦ ਨੇ, ਉਹ ਇਸ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਨਗੀਆਂ ਅਤੇ ਸਮੇਂ-ਸਮੇਂ ਸਾਨੂੰ ਜਾਂ ਸੱਚੀ ਪੱਤਰਕਾਰੀ ਨੂੰ ਇਹ ਵਿਰੋਧ, ਇਹ ਰੋਕਾਂ ਦਾ ਸਾਹਮਣਾ ਕਰਨਾ ਹੀ ਪਏਗਾ ਅਤੇ ਅਸੀਂ ਕਰ ਵੀ ਰਹੇ ਹਾਂ। ਅਸੀਂ ਜੋ ਪੜ੍ਹ ਰਹੇ ਹਾਂ ਉਹ ਸ਼ਾਇਦ ਕੁਛ ਹੋਰ ਹੈ। ਡਾਕਟਰ ਬਰਾੜ ਨੇ ਬੜੀ ਪਿਆਰੀ ਗੱਲ ਕੀਤੀ ਕਿ ਜੋ ਕਲਾਸਰੂਮ ਦੇ ਵਿੱਚ ਪੜ੍ਹਾਇਆ ਜਾਂਦਾ ਉਹ ਕੁਛ ਹੋਰ ਹੈ ਅਤੇ ਪ੍ਰੈਕਟੀਕਲ ਰੂਪ ਦੇ ਵਿੱਚ ਜਦੋਂ ਸਾਡੇ ਸਾਹਮਣੇ ਚੀਜ਼ਾਂ ਆਉਂਦੀਆਂ ਨੇ, ਅਸੀਂ ਫੀਲਡ ਦੇ ਵਿੱਚ ਜਾਂਦੇ ਹਾਂ, ਕੰਮ ਕਰਦੇ ਹਾਂ, ਤਾਂ ਉੱਥੇ ਅਸੀਂ ਕੁਛ ਹੋਰ ਦਾ ਹੋਰ ਹੀ ਵੇਖਦੇ ਹਾਂ। ਜੇ ਸੱਚ ਪੁੱਛੋ ਤਾਂ ਕਰੋਨਾ ਕਾਲ ਨੇ ਸਾਡੀਆਂ ਹੋਰ ਵੀ ਅੱਖਾਂ ਖੋਲ੍ਹ ਦਿੱਤੀਆਂ। ਜਿਨ੍ਹਾਂ ਲੋਕਾਂ 'ਤੇ, ਜਿਨ੍ਹਾਂ ਅਦਾਰਿਆਂ 'ਤੇ ਸ਼ਾਇਦ ਅਸੀਂ ਪੂਰਾ ਵਿਸ਼ਵਾਸ ਕਰਦੇ ਸੀ ਕਿ ਇਹ ਸੱਚੇ ਸੁੱਚੇ ਅਦਾਰੇ ਔਰ ਪੱਤਰਕਾਰੀ ਦੇ ਪ੍ਰਣਾਏ ਹੋਏ ਨੇ, ਉਹਨਾਂ ਅਦਾਰਿਆਂ ਵੱਲੋਂ ਵੀ ਜਿਸ ਤਰੀਕੇ ਨਾਲ ਬਹੁਤ ਸਾਰੇ ਪੱਤਰਕਾਰਾਂ ਦੀ ਔਰ ਮੁਲਾਜ਼ਮਾਂ ਦੀ ਛਾਂਟੀ ਕੀਤੀ ਗਈ, ਉਹ ਹੈਰਾਨੀਜਨਕ ਸੀ। ਕਿਉਂ ਨਾ ਹੋਵੇ, ਆਖਰਕਾਰ ਉਹ ਪੱਤਰਕਾਰੀ ਦੀਆਂ ਇੰਡਸਟਰੀਜ਼ ਚਲਾ ਰਹੇ ਨੇ। ਪੱਤਰਕਾਰੀ ਇੰਡਸਟਰੀ ਨਹੀਂ ਹੈ, ਪੱਤਰਕਾਰੀ ਮੁਨਾਫਾ ਨਹੀਂ ਹੈ, ਪੱਤਰਕਾਰੀ ਰੁਜ਼ਗਾਰ ਦੇਣ ਦੀ ਗੱਲ ਹੈ, ਪੱਤਰਕਾਰੀ ਸੱਚ ਦੇ ਫੈਲਾਅ ਦੀ ਗੱਲ ਹੈ, ਪੱਤਰਕਾਰੀ ਕੁਰਬਾਨੀ ਦੀ ਗੱਲ ਹੈ, ਪੱਤਰਕਾਰੀ ਇਮਾਨਦਾਰੀ ਦੀ ਗੱਲ ਹੈ, ਪੱਤਰਕਾਰੀ ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਨ ਦੀ ਗੱਲ ਹੈ। ਪੱਤਰਕਾਰੀ ਇੱਕ ਰੌਸ਼ਨੀ ਦੇ ਤੌਰ 'ਤੇ ਅਸੀਂ ਦੇਖਦੇ ਰਹੇ ਹਾਂ ਕਿ ਇਹ ਇੱਕ ਮਿਸਾਲ ਹੈ ਜਿਹੜੀ ਹਨੇਰੇ ਰਸਤਿਆਂ 'ਤੇ ਰੌਸ਼ਨੀ ਦਾ ਪ੍ਰਕਾਸ਼ ਕਰੇਗੀ। ਪਰ ਅੱਜ ਦੇ ਯੁੱਗ ਦੇ ਵਿੱਚ ਪੱਤਰਕਾਰੀ ਮੁਸ਼ਕਲ ਹੋ ਗਈ ਹੈ। ਕਹਿੰਦੇ ਗੱਲ ਹੋਈ ਹੈ ਘਰਾਣਿਆਂ ਦੀ, ਪੱਤਰਕਾਰੀ ਦੇ ਘਰਾਣਿਆਂ ਦੀ। ਅਸਲ ਦੇ ਵਿੱਚ ਉਹ ਪੱਤਰਕਾਰੀ ਦੇ ਘਰਾਣੇ ਨਹੀਂ, ਉਹ ਉਦਯੋਗਿਕ ਘਰਾਣੇ ਬਣ ਗਏ ਨੇ। ਜੇ ਕੋਈ ਪੱਤਰਕਾਰੀ ਦਾ ਘਰਾਣਾ ਵੀ ਸੀ, ਉਹ ਵੀ ਹੁਣ ਉਦਯੋਗਿਕ ਘਰਾਣਾ ਹੈ। ਉਹ ਅਸੀਂ ਉਹਨੂੰ, ਜੇ ਉਹ ਅਸਾਮੀ ਗੱਲ ਕਰਦਾ, ਜੇ ਉਹ ਸੱਚ ਠੀਕ ਰੂਪ ਦੇ ਵਿੱਚ ਲੋਕਾਂ ਤੱਕ ਨਹੀਂ ਪ੍ਰਚਾਰ ਸਕਦਾ, ਤਾਂ ਅਸੀਂ ਉਹਨੂੰ ਇੱਕ ਅਦਾਰਾ ਹੀ, ਇੱਕ ਇੰਡਸਟਰੀ ਹੀ ਕਹਾਂਗੇ, ਨਾ ਕਿ ਪੱਤਰਕਾਰੀ ਘਰਾਣਾ ਕਹਾਂਗੇ। ਆਜ਼ਾਦੀ ਤੋਂ ਪਹਿਲਾਂ ਇੱਕ ਭਾਵਨਾ ਨੂੰ ਲੈ ਕੇ ਚੱਲੇ ਲੋਕ, ਉਹਦੇ ਵਿੱਚ ਇੱਕ ਸੁਰ ਹੋਏ, ਕੁਰਬਾਨੀਆਂ ਦਿੱਤੀਆਂ। ਬੇਸ਼ੱਕ ਉਹ ਅਸੀਂ ਗਦਰ ਪਾਰਟੀ ਦੀ ਗੱਲ ਕਰੀਏ, ਬੇਸ਼ੱਕ ਉਹ ਅਸੀਂ ਅਕਾਲੀ ਮੂਵਮੈਂਟ ਦੀ ਗੱਲ ਕਰੀਏ, ਬੇਸ਼ੱਕ ਉਹ ਬੱਬਰ ਅਕਾਲੀਆਂ ਦੀ ਗੱਲ ਕਰੀਏ, ਜਾਂ ਉਸ ਤੋਂ ਪਹਿਲੇ ਗੁਰਦੁਆਰਾ ਸੁਧਾਰ ਦੀ ਮੂਵਮੈਂਟ ਦੀ ਗੱਲ ਕਰੀਏ, ਅਸੀਂ ਉਹ ਚੀਜ਼ਾਂ ਦੇਖੀਆਂ, ਸੁਣੀਆਂ, ਔਰ ਉਹ ਕੁਛ ਕਿਤਾਬੀ ਰੂਪ ਦੇ ਵਿੱਚ ਸਾਡੇ ਸਾਹਮਣੇ ਵੀ ਹੈ, ਅਸੀਂ ਉਹਨੂੰ ਪੜ੍ਹਦੇ ਵੀ ਹੈ। ਉਹ ਇਹੋ ਜਿਹੀਆਂ ਚੀਜ਼ਾਂ ਸੀ ਕਿ ਜਦੋਂ ਹਿੰਦੁਸਤਾਨ ਦੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਉਹਨਾਂ ਦੇ ਉੱਤੇ ਮਾਣ ਮਹਿਸੂਸ ਕੀਤਾ, ਉਹਨਾਂ ਸਾਰੀਆਂ ਕਾਰਵਾਈਆਂ ਦੇ ਉੱਤੇ ਉਹਨਾਂ ਨੇ ਉਸ ਚੀਜ਼ ਨੂੰ ਹੀ ਸ਼ਾਇਦ ਦੇਸ਼ ਦੀ ਪਹਿਲੀ ਜਿੱਤ, ਆਜ਼ਾਦੀ ਦੇ ਰਾਹ 'ਤੇ ਪਹਿਲੀ ਜਿੱਤ ਦਾ ਨਾਮ ਵੀ ਦਿੱਤਾ ਸੀ। ਇੱਕ ਪਾਸੇ ਅਸੀਂ ਉਹ ਚੀਜ਼ਾਂ ਦੇਖਦੇ ਹਾਂ, ਅਸੀਂ ਉਹੀ ਲੋਕ ਹਾਂ ਜਿਨ੍ਹਾਂ ਨੇ ਆਜ਼ਾਦੀ ਲਈ। ਅੰਗਰੇਜ਼ ਚਲੇ ਗਏ, ਅਸੀਂ ਸਾਰਾ ਸਿਸਟਮ ਸਾਂਭਿਆ, ਅਸੀਂ ਉਸ ਸਿਸਟਮ ਨੂੰ ਚਲਾਇਆ, 70 ਸਾਲ ਚਲਾਇਆ, 72 ਸਾਲ ਚਲਾਇਆ। ਉਹਦੇ ਵਿੱਚ ਵਕਾਰ ਕਿਉਂ ਆਇਆ? ਕਿਉਂਕਿ ਅਸੀਂ ਵੀ ਨਿੱਜੀ ਰੂਪ ਦੇ ਵਿੱਚ ਕਿਤੇ ਨਾ ਕਿਤੇ ਉਸ ਸਵਾਰਥ ਦੇ ਸ਼ਿਕਾਰ ਹੋਏ ਹਾਂ। ਜਿੰਨੀ ਦੇਰ ਤੱਕ ਅਸੀਂ ਉਸ ਸਵਾਰਥ ਨੂੰ, ਉਸ ਨਿੱਜਤਾ ਨੂੰ ਛੱਡਦੇ ਨਹੀਂ, ਨਾ ਤਾਂ ਦੇਸ਼ ਤਰੱਕੀ ਕਰ ਸਕਦਾ, ਨਾ ਹੀ ਪੱਤਰਕਾਰੀ ਤਰੱਕੀ ਕਰ ਸਕਦੀ ਹੈ ਸਹੀ ਮਾਇਨਿਆਂ ਦੇ ਵਿੱਚ। ਵੈਸੇ ਇੰਡਸਟਰੀ ਦੇ ਤੌਰ 'ਤੇ ਤਾਂ ਬਹੁਤ ਤਰੱਕੀ ਕਰ ਲਈ, ਬਹੁਤ ਤਰ੍ਹਾਂ ਦੀਆਂ ਪ੍ਰੈਸ ਔਰ ਸਾਧਨ ਜੁਟਾ ਲਏ, ਜਿਨ੍ਹਾਂ ਦੇ ਨਾਲ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਅਸੀਂ ਸੂਚਨਾ ਦਾ ਆਦਾਨ ਪ੍ਰਦਾਨ ਬਹੁਤ ਛੇਤੀ ਕਰ ਸਕਦੇ ਹਾਂ, ਅਤੇ ਸਾਰੀ ਦੁਨੀਆ ਦੇ ਵਿੱਚ ਇੱਕ ਨੈਟਵਰਕਿੰਗ ਦਾ ਜਿਹੜਾ ਜਾਲ ਬੁਣਿਆ ਗਿਆ, ਉਸ ਤਰੀਕੇ ਦੀ ਤਰੱਕੀ ਦੀ ਗੱਲ ਮੈਂ ਨਹੀਂ ਕਰ ਰਿਹਾ। ਮੈਂ
ਉਸ ਤਰੱਕੀ ਦੀ ਗੱਲ ਕਰ ਰਹੇ ਹਾਂ ਜਿਹਦੇ ਵਿੱਚ ਵਿਸ਼ਾ ਵਸਤੂ ਦੀ ਗੱਲ ਹੁੰਦੀ ਹੈ, ਜਿਹਦੇ ਵਿੱਚ ਲੋਕਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ, ਜਿਹਦੇ ਵਿੱਚ ਹਰ ਵਿਅਕਤੀ ਨਾਲ ਸਾਂਝੇਪਨ ਦੀ ਗੱਲ ਹੁੰਦੀ ਹੈ ਅਤੇ ਉਹਦੇ ਹੱਕਾਂ ਨੂੰ ਮਜ਼ਬੂਤੀ ਦੇ ਨਾਲ ਉਹਨੂੰ ਦਿੱਤਾ ਜਾਂਦਾ ਹੈ, ਨਾ ਕਿ ਉਹਦੇ ਹੱਕਾਂ 'ਤੇ ਡਾਕਾ ਮਾਰਿਆ ਜਾਂਦਾ। ਮੈਂ ਥੋੜ੍ਹਾ ਭਾਵੁਕ ਹੋ ਕੇ ਗੱਲ ਕਰ ਰਿਹਾ ਕੇਵਲ ਇਸ ਕਰਕੇ ਕਿਉਂਕਿ ਬੀਤੇ ਦੌਰ ਦੇ ਵਿੱਚ ਮੈਂ ਬਹੁਤ ਸਾਰੇ ਪੱਤਰਕਾਰ, ਕਿਉਂਕਿ ਮੇਰਾ ਉਹਨਾਂ ਨਾਲ ਬਹੁਤ ਨੇੜੇ ਦਾ ਵਾਰ ਰਿਹਾ ਅਤੇ ਮੈਂ ਉਹਨਾਂ ਨੂੰ ਜਿਸ ਤਰਾਸਦੀ 'ਚੋਂ ਲੰਘਦੇ ਦੇਖਿਆ, ਰੋਣਾ ਆਉਂਦਾ। ਉਹ ਮੇਰੇ ਬਹੁਤ ਚੰਗੇ ਦੋਸਤ ਨੇ, ਪਰ ਕਿਤੇ ਨਾ ਕਿਤੇ ਜਦੋਂ ਉਹਨਾਂ ਦੀਆਂ ਨੌਕਰੀਆਂ ਦਾਅ 'ਤੇ ਲੱਗੀਆਂ ਜਾਂ ਉਹਨਾਂ ਦੀਆਂ ਤਨਖਾਹਾਂ ਦਾਅ 'ਤੇ ਲੱਗੀਆਂ ਤਾਂ ਉਹ ਕੁਰਲਾਏ। ਅਸੀਂ ਆਪਣੇ ਆਪ ਨੂੰ ਸਮਾਜਿਕ ਰੂਪ ਦੇ ਵਿੱਚ ਇੱਕ ਇਸ ਥਾਂ 'ਤੇ ਇਸ ਵੇਲੇ ਸਟੇਟਸ ਬਣਾ ਲਿਆ ਕਿ ਅਸੀਂ ਸਹੂਲਤ ਜਿਹੜੀ ਹੈ ਉਸ ਨੂੰ ਜ਼ਿਆਦਾ ਪਸੰਦ ਕਰਦੇ ਹਾਂ ਕਿ ਸਾਡੇ ਕੋਲ ਆਹ ਸਹੂਲਤ ਵੀ ਹੋਵੇ, ਉਹ ਸਹੂਲਤ ਵੀ ਹੋਵੇ। ਜਦੋਂ ਉਹ ਸਹੂਲਤਾਂ ਖੁੱਸਦੀਆਂ ਨੇ ਤਾਂ ਫਿਰ ਸਾਨੂੰ ਤਕਲੀਫ ਹੁੰਦੀ ਹੈ। ਫਿਰ ਅਸੀਂ ਸ਼ਾਇਦ ਇੱਕ ਪੱਤਰਕਾਰ ਦੇ ਰੂਪ ਦੇ ਵਿੱਚ ਸਮਝੌਤੇ ਕਰਦੇ ਹਾਂ ਅਤੇ ਸਮਝੌਤਾ ਕੋਈ ਵੀ ਪੱਤਰਕਾਰੀ ਅਸੂਲਾਂ ਦੇ ਵਿਰੁੱਧ ਹੀ ਹੁੰਦਾ। ਉਹ ਸਮਝੌਤਾ ਕਰਾਉਣ ਵਾਲਾ ਬੇਸ਼ੱਕ ਉਸ ਅਦਾਰੇ ਦਾ ਮਾਲਕ ਹੋਵੇ ਜਾਂ ਪ੍ਰਸ਼ਾਸਨ ਹੋਵੇ ਜਾਂ ਕੋਈ ਹੋਰ ਨਿੱਜੀ ਸਵਾਰਥ ਵਾਲਾ ਵਿਅਕਤੀ, ਉਹ ਹਮੇਸ਼ਾ ਚੀਜ਼ ਗਲਤ ਹੀ ਹੁੰਦੀ ਹੈ। ਮੈਂ ਇੱਕ ਗੱਲ ਬੜੇ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਜਿੰਨੀ ਦੇਰ ਤੱਕ ਅਸੀਂ ਸੱਚ ਦੀ ਰਾਹ 'ਤੇ ਤੁਰਨ ਦਾ ਤਹੱਈਆ ਨਹੀਂ ਅਖਤਿਆਰ ਕਰਦੇ, ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਕੁਰਬਾਨ ਕਰਨ ਦਾ ਤਹੱਈਆ ਨਹੀਂ ਤਿਆਰ ਕਰਦੇ, ਓਨੀ ਦੇਰ ਤੱਕ ਪੱਤਰਕਾਰੀ ਦੇ ਵਿੱਚ ਲੋੜ ਦਾ ਜਿਹੜਾ ਜ਼ਰੂਰੀ ਹੈ ਉਹ ਸੁਧਾਰ ਨਹੀਂ ਆ ਸਕੇਗਾ। ਸਾਨੂੰ ਆਪਣੇ ਨਿੱਜੀ ਮੁਫਾਦਾਂ ਤੋਂ ਉੱਚਾ ਉੱਠ ਕੇ ਪੱਤਰਕਾਰੀ ਲਈ ਸੋਚਣਾ ਪਏਗਾ, ਸਮਾਜ ਲਈ ਸੋਚਣਾ ਪਏਗਾ, ਸਮਾਜ ਦੇ ਉਸ ਮਜ਼ਲੂਮ ਤਬਕੇ ਲਈ ਸੋਚਣਾ ਪਏਗਾ, ਸਮਾਜ ਦੇ ਹੱਕਾਂ ਲਈ ਸੋਚਣਾ ਪਏਗਾ, ਤਾਂ ਹੀ ਅਸੀਂ ਆਪਣੀ ਇਸ ਪੱਤਰਕਾਰੀ ਜਾਂ ਪੱਤਰਕਾਰਿਤਾ ਦੇ ਨਾਲ ਸਹੀ ਨਿਭਾ ਕਰ ਸਕਾਂਗੇ। ਅਫਸੋਸ ਦੀ ਗੱਲ ਹੈ ਕਿ ਬਹੁਤ ਜਨੂੰਨੀ ਪੱਤਰਕਾਰ ਜਿਹੜੇ ਨੇ ਉਹ ਸਾਡੇ ਵਿੱਚ ਹੁਣ ਗਿਣਤੀ ਪੱਖੋਂ ਉਂਗਲੀਆਂ 'ਤੇ ਹੀ ਗਿਣੇ ਜਾ ਸਕਦੇ ਹੈ। ਬਾਕੀ ਸਾਰੇ ਜਿਹੜੇ ਹੈ ਉਹ ਕਿਤੇ ਨਾ ਕਿਤੇ ਰੁਜ਼ਗਾਰ, ਕਿਤੇ ਨਾ ਕਿਤੇ ਵਪਾਰ ਅਤੇ ਕਿਤੇ ਨਾ ਕਿਤੇ ਸਤਿਕਾਰ ਦੇ ਵਿੱਚ ਹੁਣ ਗੁੜਦੇ ਗਏ ਹੈ। ਜੇ ਸੱਚ ਪੁੱਛੋ, ਮੈਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਸਰਕਾਰ ਦੇ ਵਿੱਚ ਰਹਿੰਦੇ ਹੋਏ ਉਸ ਦੀ ਵਰਕਿੰਗ ਨੂੰ ਵੀ ਨੇੜਿਓਂ ਦੇਖਿਆ। ਇੱਕ ਫਿਜ਼ਿਕਸ ਦੇ ਵਿੱਚ ਸ਼ਾਇਦ ਥਿਊਰੀ ਹੈ ਫਰੇਮ ਆਫ ਰੈਫਰੈਂਸ ਦੀ ਜੀ, ਕਿ ਜਿਹੜੇ ਥਾਂ 'ਤੇ ਤੁਸੀਂ ਖੜ੍ਹੇ ਹੋਵੋਗੇ ਉੱਥੇ ਤੁਹਾਨੂੰ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਣਾ ਪਏਗਾ। ਉਹ ਫਰੇਮ ਆਫ ਰੈਫਰੈਂਸ ਜਦੋਂ ਬਦਲਦੇ ਨੇ ਤਾਂ ਕਈ ਵਾਰੀ ਚੀਜ਼ਾਂ ਜਿਹੜੀਆਂ ਉਹ ਸਹੀ ਮਾਇਨਿਆਂ ਦੇ ਵਿੱਚ ਪਤਾ ਚੱਲਦੀਆਂ, ਜਾਂ ਅਸੀਂ ਸਹੀ ਮਾਇਨੇ ਦੇ ਵਿੱਚ ਚੀਜ਼ਾਂ ਨੂੰ ਜਾਣਦੇ ਹੋਏ ਉਸ ਫਰੇਮ ਆਫ ਰੈਫਰੈਂਸ ਦੇ ਵਿੱਚ ਖੜ੍ਹੇ ਹੋ ਕੇ ਉਹਨਾਂ ਚੀਜ਼ਾਂ ਨੂੰ ਉਸ ਤਰ੍ਹਾਂ ਦੇਖ ਨਹੀਂ ਸਕਦੇ। ਸਾਡੀਆਂ ਕਈ ਤਰ੍ਹਾਂ ਦੀਆਂ ਮਜਬੂਰੀਆਂ ਹੁੰਦੀਆਂ, ਸਾਡੇ ਕਈ ਤਰ੍ਹਾਂ ਦੇ ਇਹੋ ਜਿਹੇ ਪ੍ਰੈਸ਼ਰਸ ਹੁੰਦੇ ਨੇ ਜਿਨ੍ਹਾਂ ਦੇ ਨਾਲ ਸਾਨੂੰ ਹਰ ਇੱਕ ਚੀਜ਼ ਜਿਹੜੀ ਹੈਗੀ ਹੈ ਉਸ ਜੌਬ ਦੇ ਅਕੋਰਡਿੰਗਲੀ ਕਰਨੀ ਪੈਂਦੀ ਹੈ। ਗੱਲ ਉਹ ਫਿਰ ਉੱਥੇ ਹੀ ਆ ਜਾਂਦੀ ਹੈ ਕਿ ਪੜ੍ਹਾਈ ਸਾਨੂੰ ਸਿਖਾਇਆ ਗਿਆ, ਜਾਂ ਮੈਂ ਵੀ ਪੜ੍ਹਾਇਆ ਵਿਦਿਆਰਥੀਆਂ ਨੂੰ ਜਿੰਨਾ ਕੁ ਵੀ ਮੈਨੂੰ ਮੌਕਾ ਮਿਲਿਆ, ਕਿ ਪਬਲਿਕ ਰਿਲੇਸ਼ਨ ਕੀ ਹੁੰਦਾ। ਆਖਿਰ 2 ਵੇ ਕਮਿਊਨੀਕੇਸ਼ਨ ਹੈ। ਸਭ ਤੋਂ ਪਹਿਲਾਂ ਉਹਦਾ ਇਹੀ ਇੱਕ ਮਤਲਬ ਡਾਇਲੋਗ ਹੈ। ਅਤੇ ਜਦੋਂ ਅਸੀਂ ਪਬਲਿਕ ਰਿਲੇਸ਼ਨ ਕਰਦੇ ਹਾਂ ਤਾਂ ਮੈਨੂੰ ਨਹੀਂ ਲੱਗਦਾ ਜਦੋਂ ਸਰਕਾਰ ਜਾਂ ਕਿਸੇ ਅਦਾਰੇ ਦਾ ਪਬਲਿਕ ਰਿਲੇਸ਼ਨ ਕਰਦੇ ਹਾਂ ਉੱਥੇ ਉਹ 2 ਵੇ ਕਮਿਊਨੀਕੇਸ਼ਨ ਹੁੰਦਾ। ਉਹ ਕਿਤੇ ਨਾ ਕਿਤੇ 1 ਵੇ ਕਮਿਊਨੀਕੇਸ਼ਨ ਹੁੰਦਾ ਹੈ। ਅਤੇ ਸਾਨੂੰ
ਮਿੱਥੇ ਹੋਏ ਟੀਚੇ ਨੂੰ ਪ੍ਰਾਪਤ ਕਰਨਾ ਜਿਹੜਾ ਹੈ ਉਹ ਸਾਡਾ ਮਕਸਦ ਰਹਿੰਦਾ। ਉਹਦੇ ਵਿੱਚ ਗੱਲ ਕੀਤੀ ਹੈ ਡਾਕਟਰ ਬਰਾੜ ਨੇ ਕਿ ਬਹੁਤ ਪਿਆਰੀ ਗੱਲ ਕਰਕੇ ਗਏ ਨੇ ਉਹ, ਕਿ ਪੜ੍ਹਾਈ ਦੇ ਵਿੱਚ ਜੋ ਵੀ ਸਿਖਾਇਆ ਜਾਂਦਾ ਹੈ ਉਹ ਕੁਛ ਹੋਰ ਹੁੰਦਾ, ਪ੍ਰੈਕਟੀਕਲ ਦੇ ਵਿੱਚ ਉਹ ਕੁਛ ਹੋਰ ਹੁੰਦਾ। ਮੈਂ ਉਸ ਚੀਜ਼ ਦੀ ਤਾਇਦ ਕਰਦਾ ਪੂਰੀ ਤਰ੍ਹਾਂ, ਕਿਉਂਕਿ ਮੈਂ ਇਹ ਦੋਨੇ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੇਖੀਆਂ ਨੇ। ਅਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਚੀਜ਼ਾਂ ਨੇ ਇਹ ਸਾਨੂੰ ਹੋਰ ਮਾੜੀ ਸਥਿਤੀ ਦੇ ਵਿੱਚ ਲੈ ਕੇ ਜਾਣਗੀਆਂ। ਬਿਲਕੁਲ ਠੀਕ ਕਿਹਾ, ਨਿੱਜੀ ਕਦਰਾਂ ਕੀਮਤਾਂ ਹਮੀਰ ਜੀ ਨੇ ਕਿਹਾ, ਹਰਪ੍ਰੀਤ ਜੀ ਨੇ ਕਿਹਾ, ਸਾਡੇ ਅਸੂਲ, ਅਤੇ ਇੱਕ ਆਲਟਰਨੇਟਿਵ ਮੀਡੀਆ ਦੀ ਗੱਲ ਕੀਤੀ ਹੈ ਬਰਾੜ ਸਾਹਿਬ ਨੇ। ਬਿਲਕੁਲ ਸਹੀ ਗੱਲਾਂ ਨੇ, ਪਰ ਕੀ ਅਸੀਂ ਇਹਨਾਂ ਨੂੰ ਇੰਨੀ ਆਸਾਨੀ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ? ਗੱਲ ਫਿਰ ਉਹੀ ਆ ਜਾਂਦੀ ਹੈ ਕਿ ਜਿਹੜੀ ਸਾਡੇ ਵਿਰੁੱਧ ਫੋਰਸ ਲੱਗੇਗੀ ਉਹ ਸਾਡੇ ਤੋਂ ਕਿਤੇ ਵੱਧ ਸ਼ਕਤੀਸ਼ਾਲੀ ਹੋਏਗੀ, ਅਤੇ ਉਸ ਸ਼ਕਤੀਸ਼ਾਲੀ ਫੋਰਸ ਦੇ ਬਰਾਬਰ ਦੀ ਫੋਰਸ ਬਣਨਾ, ਕੀ ਅਜਿਹਾ ਅਸੀਂ ਕਰ ਸਕਦੇ ਹਾਂ? ਇਹ ਸਾਰੀਆਂ ਚੀਜ਼ਾਂ ਤਦ ਹੀ ਸੰਭਵ ਹੋ ਸਕਦੀਆਂ ਨੇ। ਮੈਂ ਬਹੁਤ ਸਮਾਂ ਪਹਿਲੇ ਇੱਕ ਨਜ਼ਮ ਲਿਖੀ ਸੀ, ਚੰਦ ਲਾਈਨਾਂ ਨੇ, ਉਹ ਜੇ ਮੈਂ ਬੋਲ ਦਿੰਦਾ ਅਤੇ ਉਹਦੇ ਤੋਂ ਗੱਲਾਂ ਸਪਸ਼ਟ ਹੋ ਜਾਣਗੀਆਂ ਕਿ ਅਸੀਂ ਪੱਤਰਕਾਰੀ ਦੇ ਖਿੱਤੇ ਦੇ ਵਿੱਚ ਕੀ ਕੀਤਾ ਹੈ ਅਤੇ ਕੀ ਕਰ ਰਹੇ ਹਾਂ ਅਤੇ ਸਾਡਾ ਭਵਿੱਖ ਕੀ ਹੈ। ਸਿਰਫ 5-6 ਲਾਈਨਾਂ ਨੇ। ਕਈ ਵੱਡੇ ਪੱਤਰਕਾਰਾਂ ਨੇ ਭਾਈਆਂ ਦੇ ਹੱਕ ਹੀ ਮਾਰੇ ਨੇ, ਅਖਬਾਰ ਚਲਾਏ ਐਸੇ ਨੇ ਕੰਬਲਾਂ ਦੇ ਬੰਬਲਾਂ ਜੈਸੇ ਨੇ, ਪਹਿਲਾਂ ਪੱਤਰਕਾਰ ਹੀ ਵੱਡੇ ਨੇ ਫਿਰ ਡੇਰਿਆਂ ਪੱਤਰ ਕੱਢੇ ਨੇ, ਕਾਨੂੰਨ ਖਿਡੌਣਾ ਕੀਤਾ ਹੈ ਅਖੇ ਸਹੇ ਦਾ ਰਾਖਾ ਚੀਤਾ ਹੈ, ਮਜ਼ਲੂਮ ਲਈ ਕੀ ਲੜਨਾ ਸੀ ਜਦ ਆਪਣਾ ਸ਼ੋਸ਼ਣ ਜਰਨਾ ਸੀ, ਇਹ ਕੇਹੀ ਪੱਤਰਕਾਰੀ ਏ ਸਰਮਾਏ ਦੀ ਸਰਦਾਰੀ ਏ, ਖੈਰਾਤ 'ਚ ਭਵਿੱਖ ਜੇ ਤੱਕੋਗੇ ਹਮਦਰਦ ਦੀ ਸੰਗੀ ਹੀ ਨੱਪੋਗੇ, ਹਮਦਰਦ ਦੀ ਸੰਗੀ ਹੀ ਨੱਪੋਗੇ। ਆਪਣੇ ਇਹਨਾਂ ਸ਼ਬਦਾਂ ਨਾਲ ਮੈਂ ਆਪਣੀ ਜ਼ੁਬਾਨ ਨੂੰ ਵਿਰਾਮ ਦਿੰਦਾ। ਧੰਨਵਾਦ ਇਹ ਮੌਕਾ ਪ੍ਰਦਾਨ ਕਰਨ ਵਾਸਤੇ, ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਸੋ ਮਚ ਸਰ। ਜਿਹੜੀਆਂ ਨਜ਼ਮਾਂ ਤੁਸੀਂ ਸੁਣਾਈਆਂ ਉਹ ਸੱਚੀ ਬਹੁਤ ਹੀ ਸੋਹਣੀਆਂ ਸਨ। ਮੈਂ ਧੰਨਵਾਦੀ ਹਾਂ ਸਾਡੇ ਗੈਸਟ ਸਪੀਕਰਸ ਡਾਕਟਰ ਅਜੀਤ ਕੰਵਲ ਸਿੰਘ, ਡਾਕਟਰ ਰਜਿੰਦਰ ਬਰਾੜ, ਸਰਦਾਰ ਹਰਪ੍ਰੀਤ ਸਿੰਘ ਅਤੇ ਸਰਦਾਰ ਹਮੀਰ ਸਿੰਘ ਹੋਰਾਂ ਦੀ, ਜਿਨ੍ਹਾਂ ਨੇ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਸਾਨੂੰ ਦਿੱਤਾ। I'm also thankful to most dynamic personalities of our organization, Dr. SP ਸਿੰਘ ਅਤੇ ਪ੍ਰਿੰਸੀਪਲ ਡਾਕਟਰ ਅਰਵਿੰਦਰ ਸਿੰਘ ਜੀ, ਜੋ ਸਾਨੂੰ ਹਮੇਸ਼ਾ ਇਨਕਰੇਜ ਕਰਦੇ ਨੇ ਅਤੇ ਇਸ ਸਦਕਾ ਅੱਜ ਦਾ ਵੈਬੀਨਾਰ ਸਕਸੈਸਫੁਲ ਹੋ ਸਕਿਆ। ਮੈਂ ਧੰਨਵਾਦੀ ਹਾਂ ਡਾਕਟਰ ਸੁਸ਼ਮਿੰਦਰਜੀਤ ਕੌਰ ਹੋਰਾਂ ਦੀ, ਜੋ ਹਮੇਸ਼ਾ ਸਾਨੂੰ ਗਾਈਡ ਕਰਦੇ ਨੇ। ਅੰਤ ਵਿੱਚ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਜਮ ਨਾਲ ਸਾਨੂੰ ਸੁਣਿਆ। ਨਾਲ ਹੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਟੈਕਨੀਕਲ ਟੀਮ ਦੀ, ਪ੍ਰੋਫੈਸਰ ਬਲਕਾਰ ਅਤੇ ਡਾਕਟਰ ਭੁਪਿੰਦਰਜੀਤ ਕੌਰ ਹੋਰਾਂ ਦੀ। ਅਤੇ ਹੁਣ ਮੈਂ ਰਿਕੁਐਸਟ ਕਰਦੀ ਹਾਂ ਟੈਕਨੀਕਲ ਪਾਰਟਨਰਸ ਨੂੰ ਕਿ 5 ਸੈਕਿੰਡਸ ਬਾਅਦ ਉਹ ਮੀਟਿੰਗ ਐਂਡ ਕਰ ਦੇਣ। ਬਹੁਤ ਬਹੁਤ ਧੰਨਵਾਦ।